सतनाम श्री वाहिगुरु साहिब जीओ। हर किया कथा कहानियाँ गुरमीत सुनाइया। बलिहारी गुर अपने गुर कौ बल जाइया। राम कथा जुग जुग टल सब कोई भाखत नेत। सुरगवा सुरगवर करा सगरी पुरी समेत। जो ये कथा सुनयर गावै दुख पाप देह निकट न आवै। बेसना भगत किए फल होई आद बेआद सवै सकै न कोई। बेसना भगत किए फल होई आद बेआद सवै सकै न कोई। जुगो जुगा टल चवर छत्र तखत दे मालक दसां पातशाहियां जी दी जोत हाजर नाजर श्री गुरु ग्रंथ साहिब महाराज जी दे पावन पवित्र सतगुरां दे सन्मुख हजूरी अंदर जुड़ बैठी गुरु प्यारी गुरु सवारी गुरु की साजी साज के निवाजी गुरु का खास रूप खालसा साध संगत जियो। आओ कुछ समय लई सतगुरु जी दे पावन पवित्र चरण कमलां दे नाल मन विरदियां कागर करके जुड़ करके बहन दी कृपालता करिए। समय और ਸਵਾਸਾਂ ਨੂੰ ਸਫਲਾ ਕਰੀਏ। ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਕਰੀਏ। ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰੀਏ। ਆਪ ਸੰਗਤ ਨੇ ਜੋ ਹੁਣ ਤੱਕ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕੀਤੀ ਹੈ ਉਹ ਵਿਚਾਰ ਇਥੋਂ ਤੱਕ ਸੀ ਕਿ ਜਿਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਕਿਰਪਾਲੂ ਦਿਆਲੂ ਸਤਿਗੁਰੂ ਜੀ ਕਰਤਾਰਪੁਰ ਦੀ ਧਰਤੀ ਤੇ ਬਿਰਾਜਮਾਨ ਹੈ। ਸ਼ਸ਼ੋਭਤ ਹੈ ਸਤਿਗੁਰੂ ਜੀ ਤੇ ਕਹਿੰਦੇ ਉੱਥੇ ਸਤਿਗੁਰੂ ਜੀ ਬੇਅੰਤ ਬਖਸ਼ਿਸ਼ ਰਹਿਮਤ ਵਰਤਾ ਰਹੇ ਨੇ। ਸਤਿਗੁਰੂ ਜੀ ਦੇ ਸਨਮੁਖ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆਉਂਦੀਆਂ ਨੇ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰਦੀਆਂ ਨੇ। ਏਦਾਂ ਸਮਾਂ ਬਤੀਤ ਹੁੰਦਾ ਗਿਆ ਤੇ ਉੱਥੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤਦੀ ਪੂਰਨ ਰੌਣਕ ਲੱਗੀ ਹੈ। ਜਿਵੇਂ ਆਪ ਸੰਗਤ ਸਤਿਗੁਰ ਦੇ ਬੜੇ ਪਿਆਰ ਦੇ ਵਿੱਚ ਆਉਂਦੇ ਹੋ ਸਤਿਗੁਰ ਜੀ ਨੂੰ ਨਤਮਸਤਕ ਹੁੰਦੇ ਹੋ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰਨੇ ਹੋ। ਇਸੇ ਤਰ੍ਹਾਂ ਸਤਿਗੁਰ ਦੇ ਸਨਮੁਖ ਸੰਗਤਾਂ ਬੜੇ ਪਿਆਰ ਦੇ ਵਿੱਚ ਭਾਵਨਾ ਸ਼ਰਧਾ ਦੇ ਵਿੱਚ ਸਤਿਗੁਰ ਦੇ ਸਨਮੁਖ ਹੁੰਦੀਆਂ ਨੇ ਤੇ ਕਹਿੰਦੇ ਸਤਿਗੁਰੂ ਜੀ ਦੇ ਕੋਲ ਇੱਕ ਪੈਂਦੇ ਖਾਂ ਪਠਾਨ ਰਹਿੰਦਾ ਸੀ। ਗੁਰੂ ਸਤਿਗੁਰੂ ਜੀ ਨੇ ਤੇ ਬੜੀ ਬਖਸ਼ਿਸ਼ ਕੀਤੀ। ਇਹਨੂੰ ਆਪਣੇ ਦਰਕਰ ਵਿਖੇ ਰੱਖ ਕੇ ਇਹਦੀ ਪੂਰਨ ਤੌਰ ਤੇ ਪਰਵਰਿਸ਼ ਕੀਤੀ ਹੈ। ਇਹਦੇ ਮਾਤਾ ਪਿਤਾ ਨਹੀਂ ਸਨ। ਸਤਿਗੁਰੂ ਜੀ ਦੇ ਕੋਲੇ ਰੱਖਿਆ ਸ਼ਾਸਤਰ ਵਿਦਿਆ ਦਿੱਤੀ ਹੈ। ਘੋੜ ਸਵਾਰੀ ਸਿਖਾਈ ਸਤਿਗੁਰੂ ਨੇ ਸਾਰੀ ਸਿਖਲਾਈ ਦਿੱਤੀ ਹੈ। ਇੱਥੋਂ ਤੱਕ ਚੰਗੇ ਚੋਖੇ ਦੀ ਬਖਸ਼ਿਸ਼ ਰਹਿਮਤ ਵੀ ਸਤਿਗੁਰੂ ਜੀ ਆਪ ਖੁਦ ਕਰਦੇ ਨੇ। ਕਿਸੇ ਪ੍ਰਕਾਰ ਕੋਈ ਕਹਿੰਦੇ ਊਣਤਾ ਹੀ ਨਾ ਰਹਿ ਜੇ ਇਦਾਂ ਦੀ ਵਿਚਾਰ ਸਤਿਗੁਰੂ ਜੀ ਆਪ ਕਰਦੇ ਸਨ। ਪਰ ਕਹਿੰਦੇ ਸਮਾਂ ਪੈ ਕੇ ਪੈਂਦੇ ਖਾਂ ਪਠਾਨ ਨੇ ਗੁਰੂ ਨਾਨਕ ਦੇ ਦਰਕਰ ਦਾ ਖਾ ਕੇ ਲੂਣ ਹਰਾਮ ਕਰ ਦਿੱਤਾ।
ਸੰਸਾਰ ਦੇ ਵਿੱਚ ਆਮ ਮਨੁੱਖ ਦੇ ਘਰ ਤੋਂ ਖਾ ਕੇ ਮਨੁੱਖ ਲੂਣ ਹਰਾਮ ਕਰੇ ਤੇ ਕਹਿੰਦੇ ਉਹ ਮਨੁੱਖ ਨੂੰ ਧ੍ਰਿਗਕਾਰ ਪ੍ਰਾਪਤ ਹੁੰਦੀ ਹੈ, ਲਾਹਨਤ ਪ੍ਰਾਪਤ ਹੁੰਦੀ ਹੈ। ਹੁਣ ਪੈਂਦੇ ਖਾਂ ਪਠਾਨ ਨੇ ਤੇ ਗੁਰੂ ਨਾਨਕ ਦੇ ਦਰ ਕਰਦਾ ਖਾ ਕੇ ਲੂਣ ਹਰਾਮ ਕੀਤਾ। ਪੈਂਦੇ ਖਾਂ ਪਠਾਨ ਕਿੱਥੇ ਬਖਸ਼ਿਆ ਜਾਵੇ, ਭਾਵ ਨਹੀਂ। ਉਸ ਵੇਲੇ ਪੈਂਦੇ ਖਾਂ ਪਠਾਨ ਦੀ ਇੰਨੀ ਬੁੱਧੀ ਭ੍ਰਸ਼ਟ ਹੋ ਗਈ, ਕਿਉਂਕਿ ਗੁਰੂ ਨਾਨਕ ਦੇ ਦਰ ਦਾ ਜਿਹੜਾ ਖਾਣਾ ਹੈ ਨਾ, ਵਿਦਵਾਨ ਲੋਕ ਦੱਸਦੇ ਆ, ਕਹਿੰਦੇ ਗੁਰੂ ਨਾਨਕ ਦੇ ਦਰ ਦਾ ਖਾਣਾ 3 ਕੰਮ ਸਰੀਰ ਦੇ ਉੱਤੇ ਪ੍ਰਭਾਵ ਪਾਉਂਦੇ ਨੇ, ਭਾਰੂ ਹੋ ਜਾਂਦੇ ਨੇ। ਪਹਿਲਾ ਕਿਵੇਂ? ਸਤਿਗੁਰੂ ਜੀ ਕਹਿੰਦੇ ਸਤਿਗੁਰ ਦੇ ਦਰ ਦਾ ਖਾਣਾ 3 ਕੰਮ ਕਰੇਣ, ਹੱਡ ਗਾਲਣ, ਮੱਤ ਮਾਰਨ, ਕੰਮ ਕਰਨ ਨਾ ਦੇਣ। ਇਹ ਗੁਰੂ ਨਾਨਕ ਦੇ ਦਰ ਦਾ ਖਾਣਾ ਕਹਿੰਦੇ 3 ਸਾਡੇ ਬੁੱਧੀ ਤੇ ਜੀਵ ਤੇ ਸਰੀਰ ਤੇ ਪ੍ਰਭਾਵ ਪਾਉਂਦੇ ਨੇ। ਸਤਿਗੁਰੂ ਜੀ ਕਹਿੰਦੇ ਇਦਾਂ ਸਰੀਰ ਇਦਾਂ ਕਹਿੰਦੇ ਇਹ ਸਾਡੀ ਬੁੱਧੀ ਭ੍ਰਸ਼ਟ ਹੋ ਜਾਂਦੀ ਹੈ। ਗੁਰੂ ਨਾਨਕ ਦੇ ਦਰ ਦੇ ਖਾਣ ਦੇ ਨਾਲ, ਬਹੁਤਾ ਵਿਚਾਰ ਕਰਨ ਦੇ ਨਾਲ 3 ਕੰਮ ਕਰਿੰਦੇ ਨੇ, ਬੁੱਧੀ ਦੇ ਉੱਤੇ ਪ੍ਰਭਾਵ ਪੈਂਦਾ ਹੈ। ਹੱਡ ਗਾਲੇ ਜਾਂਦੇ, ਭਾਵ ਮਨੁੱਖ ਦਾ ਜੀ ਨਹੀਂ ਕਰਦਾ ਕੰਮ ਕਾਜ ਕਰਨ ਨੂੰ, ਪਿਆ ਰਹਿੰਦਾ, ਜੀ ਕਰਦਾ ਪਿਆ ਹੀ ਰਹੀਏ। ਹੱਡ ਗਲਦੇ ਨੇ ਪਏ ਦੇ, ਕਹਿੰਦੇ ਮੱਤ ਮਰ ਜਾਂਦੀ, ਮੱਤ ਦੇ ਵਿੱਚ ਕਦਾਚਿਤ ਵੀ ਸ਼ੁਭ ਵਿਚਾਰ ਨਹੀਂ ਪ੍ਰਾਪਤ ਹੁੰਦੀ ਕਿ ਚੰਗੇ ਮੰਦੇ ਦੀ ਸੋਝੀ ਨਹੀਂ ਪ੍ਰਾਪਤ ਰਹਿੰਦੀ, ਇਦਾਂ ਦੀ ਵਿਚਾਰ ਹੈ। ਸਤਿਗੁਰ ਦਾ ਖਾਣਾ 3 ਕੰਮ ਕਰੇਣ, ਹੱਡ ਗਾਲਣ, ਮੱਤ ਮਾਰਨ, ਕੰਮ ਕਰਨ ਨਾ ਦੇਣ। ਹੁਣ ਜਿਹੜਾ ਮਨੁੱਖ ਪਿਆ ਏ ਉਹਦੀ ਬੁੱਧੀ ਦੇ ਉੱਤੇ ਪ੍ਰਭਾਵ ਨਾ ਪਿਆ, ਬੁੱਧੀ ਅਸਰ ਨਹੀਂ ਕਰਦੀ। ਤੇ ਸਤਿਗੁਰੂ ਜੀ ਕਹਿੰਦੇ ਉਹਨੂੰ ਕੰਮ ਵੀ ਨਹੀਂ ਕੋਈ ਸੁਝਦਾ, ਸੁਝੇ ਤਾਂ ਜੇਕਰ ਮਤ ਬੁੱਧੀ ਭ੍ਰਸ਼ਟ ਹੋਈ, ਚੰਗੀ ਤਰ੍ਹਾਂ ਸੋਚੇ। ਸਤਿਗੁਰੂ ਜੀ ਕਹਿੰਦੇ ਸਰੀਰ ਨੂੰ ਕੰਮ ਕਰਨ ਨਹੀਂ ਦਿੰਦਾ। ਫਿਰ ਗੁਰੂ ਨਾਨਕ ਦੇ ਦਰ ਦਾ ਖਾਧਾ। ਇਸੇ ਤਰ੍ਹਾਂ ਪੈਂਦੇ ਖਾਂ ਪਠਾਨ ਦੀ ਬੁੱਧੀ ਭ੍ਰਸ਼ਟ ਹੋ ਚੁੱਕੀ ਹੈ। ਉਹ ਸਤਿਗੁਰੂ ਗੁਰੂ ਨਾਨਕ ਦੇ ਦਰ ਦਾ ਖਾ ਕੇ ਉਹਦੀ ਬੁੱਧੀ ਭ੍ਰਸ਼ਟ ਹੋ ਗਈ। ਇਹਦੇ ਮੱਤ ਹੈ ਨਾ ਜਿਹੜੀ ਟਿਕਾਣੇ ਨਹੀਂ ਆ, ਤੇ ਸਤਿਗੁਰੂ ਜੀ ਦੇ ਨਾਲ ਵੈਰ ਵਿਰੋਧ ਕਰਨ ਲੱਗ ਪਿਆ। ਜਿਵੇਂ ਇਹ ਵਿਚਾਰ ਬਣੀ, ਆਪ ਸੰਗਤ ਨੇ ਪਹਿਲਾਂ YouTube ਚੈਨਲ ਦੇ ਉੱਤੇ ਇਸ ਦਾ ਪਹਿਲਾ ਭਾਗ ਸਰਵਣ ਕੀਤਾ, ਤੇ ਕਹਿੰਦੇ ਸਤਿਗੁਰੂ ਜੀ ਦੇ ਨਾਲ ਇੰਨਾ ਵੈਰ ਵਿਰੋਧ ਕਰਨ ਲੱਗਿਆ, ਘਰ ਵਿੱਚ ਚਲਾ ਗਿਆ। ਸਤਿਗੁਰੂ ਜੀ ਨੂੰ ਮੰਦੇ ਵਚਨ ਕਹੇ ਨੇ, ਸਤਿਗੁਰ ਦੇ ਸਿੱਖਾਂ ਨੇ ਚੰਗਾ ਇਹਨੂੰ ਕੁੱਟਿਆ, ਇਹਦੀ ਚੰਗੀ ਛੱਤਰ ਪਰੇਡ ਕੀਤੀ, ਆਪਣੀ ਤੌਹੀਨ ਸਮਝੀ ਇਹਨੇ, ਭਾਵ ਬੇਇੱਜ਼ਤੀ ਸਮਝੀ ਚਲਾ ਗਿਆ ਘਰੇ। ਜਾ ਕੇ ਆਪਣੇ ਜਵਾਈ ਅਸਮਾਨ ਖਾਨ ਨੂੰ ਕਹਿਣ ਲੱਗਾ, ਗੁਰੂ ਸਤਿਗੁਰ ਨੇ ਮੇਰੀ ਬੇਇੱਜ਼ਤੀ ਕੀਤੀ ਹੈ। ਪਰ ਇਹ ਨਹੀਂ ਸਮਝਦਾ ਕਿ ਮੇਰੀ ਗਲਤੀ ਆਪਦੀ ਖੁਦ ਦੀ ਹੈ, ਕਿ ਸਤਿਗੁਰੂ ਜੀ ਨੂੰ ਬਚਨ ਮੰਦੇ ਬੋਲੇ ਨੇ, ਸਤਿਗੁਰ ਦੇ ਦਰ ਘਰ ਵਿਖੇ ਚੋਰੀ ਕੀਤੀ ਹੈ, ਚੋਰ ਦਾ ਸਾਥ ਦਿੱਤਾ ਆਪਣੇ ਜਵਾਈ ਦਾ। ਇਹ ਨਹੀਂ ਵਿਚਾਰੇ ਨੇ ਸਮਝੀ, ਆਪਣੀ ਗਲਤੀ ਆਪਣੀ ਵਿਚਾਰ ਨੂੰ ਨਹੀਂ ਸਮਝਿਆ, ਮਾੜੀ ਮੱਤ ਨੂੰ ਨਹੀਂ ਸਮਝਿਆ ਕਿ ਮੈਂ ਗਲਤ ਹਾਂ। ਸੰਸਾਰ ਦੇ ਵਿੱਚ ਮਨੁੱਖ ਦੇ ਵਿੱਚ ਇਹ ਫਿਦਰਤ ਹੈ ਕਿ ਕੋਈ ਮਨੁੱਖ ਆਪਣੇ ਆਪ ਨੂੰ ਇਹ ਨਹੀਂ ਵਿਚਾਰ ਕਰਦਾ ਕਿ ਮੈਂ ਗਲਤ ਹਾਂ, ਆਪਣੀ ਵਿਚਾਰ ਨੂੰ ਨਹੀਂ ਸੋਚਦਾ ਕਿ ਮੇਰੀ ਇੱਥੇ ਗਲਤੀ ਹੈ, ਖਿਮਾ ਮੰਗ ਲੈਣੀ ਚਾਹੀਦੀ। ਸਤਿਗੁਰੂ ਜੀ ਕਹਿੰਦੇ ਆਪਣੇ ਆਪ ਸੱਚਾ ਹੁੰਦਾ ਮਨੁੱਖ ਬੜੇ ਝੂਠ ਬੋਲਦਾ। ਕਹਿੰਦੇ ਸੰਸਾਰ ਦੇ ਵਿੱਚ ਇੱਕ ਝੂਠ ਬੋਲਿਆ, ਉਹਦੇ ਪਿੱਛੇ 100 ਝੂਠ ਬੋਲਣਾ ਪੈਂਦਾ ਉਹਨੂੰ ਛਪਾਉਣ ਵਾਸਤੇ। ਇੱਕ ਸੱਚ ਬੋਲਿਆ ਤੇ ਕਹਿੰਦੇ ਉੱਥੇ ਹੀ ਗੱਲ ਨਿਬੜ ਜਾਂਦੀ ਹੈ। ਉਸ ਵੇਲੇ ਪੈਂਦੇ ਖਾਂ ਪਠਾਨ ਆਪਣੀ ਵਿਚਾਰ ਨਹੀਂ ਮੁੱਖ ਰੱਖਦਾ ਕਿ ਮੈਂ ਪਾਪੀ ਹਾਂ, ਸਤਿਗੁਰੂ ਨਾਲ ਵਿਰੋਧ ਕੀਤਾ। ਇਹਨੇ ਆਪਣੀ ਤੌਹੀਨ ਸਮਝੀ ਹੈ ਕਿ ਸਤਿਗੁਰ ਦੇ ਦਰ ਘਰ ਵਿਖੇ ਮੇਰੀ ਬੇਇੱਜ਼ਤੀ ਕੀਤੀ ਗਈ। ਆ ਗਿਆ ਆਪਣੇ ਜਵਾਈ ਕੋਲ, ਆਪਣੇ ਜਵਾਈ ਨੂੰ ਕਹਿੰਦਾ ਹੁਣ ਸਤਿਗੁਰੂ ਜੀ ਦੇ ਨਾਲ ਮੈਂ ਇਸ ਗੱਲ ਦਾ ਬਦਲਾ ਲਵਾਂਗਾ, ਸਤਿਗੁਰੂ ਦੀ ਚੜ੍ਹਾਈ ਕਰਕੇ ਆਵਾਂਗਾ।
ਤੇ ਇਹਦਾ ਜਿਹੜਾ ਜਵਾਈ ਉਹ ਵੀ ਉਦਾਂ ਦਾ। ਉਹ ਕਹਿੰਦਾ ਹਾਂ ਮੇਰੇ ਪਿਤਾ ਰੂਪ ਮੇਰੇ ਸਹੁਰੇ ਦੇ ਉੱਤੇ ਸਤਿਗੁਰ ਨੇ ਬੜਾ ਵੱਡਾ ਪਾਪ ਕਮਾਇਆ। ਇਹਨਾਂ ਦੀ ਤੌਹੀਨ ਕੀਤੀ, ਐਡੇ ਵੱਡੇ ਇਹ ਫੌਜਦਾਰ ਨੇ, ਐਡੇ ਵੱਡੇ ਸੂਰਵੀਰ ਨੇ, ਇਹਨਾਂ ਦੀ ਤੌਹੀਨ ਕੀਤੀ, ਕਰਨੀ ਨਹੀਂ ਚਾਹੀਦੀ ਸੀ। ਉਸ ਵੇਲੇ ਪੈਂਦੇ ਖਾਂ ਪਠਾਨ ਦੇ ਜਵਾਈ ਨੇ ਵਿਚਾਰ ਕੀਤੀ, ਹੁਣ ਸਤਿਗੁਰੂ ਜੀ ਤੋਂ ਬਦਲਾ ਲਵਾਂਗੇ, ਇਸ ਗੱਲ ਦਾ ਲਈਏ ਕਿਵੇਂ। ਪੈਂਦੇ ਖਾਂ ਪਠਾਨ ਨੇ ਵਿਚਾਰ ਕੀਤੀ, ਕਹਿੰਦੇ ਆਪਾਂ ਬਸੀ ਪਠਾਣਾ ਨਗਰ ਵਿਖੇ ਚੱਲਦੇ ਆ। ਇਹ ਬਸੀ ਪਠਾਣਾ ਨਗਰ ਦਾ ਭਾਵ ਕਹਿੰਦੇ ਇੱਥੇ ਪਠਾਨ ਬਹੁਤ ਲੋਕ ਰਹਿੰਦੇ ਆ, ਪਠਾਣਾ ਦਾ ਕਾਫੀ ਵਾਸਾ ਹੈ ਇੱਥੇ, ਤਾਂ ਕਰਕੇ ਬਸੀ ਪਠਾਣਾ, ਪਠਾਣਾ ਦਾ ਨਗਰ ਹੈ ਇਹ, ਤਾਂ ਕਰਕੇ ਬਸੀ ਪਠਾਣਾ ਨਗਰ ਨਾਮ ਪਿਆ। ਕਹਿੰਦੇ ਉਸ ਵੇਲੇ ਇਹਨਾਂ ਨੇ ਵਿਚਾਰ ਕੀਤੀ, ਚੱਲੀਏ ਆਪਾਂ ਬਸੀ ਪਠਾਣਾ ਵਿਖੇ। ਉੱਥੇ ਕਾਫੀ ਸਾਡੇ ਜਿਹੜੇ ਨੇ ਮੋਹ ਰੱਖਣ ਵਾਲੇ ਲੋਕ ਰਹਿੰਦੇ, ਪਿਆਰ ਰੱਖਣ ਵਾਲੇ ਲੋਕ ਰਹਿੰਦੇ, ਉਹਨਾਂ ਨੂੰ ਰਿਸ਼ਵਤ ਦੇ ਕੇ, ਮਾਇਆ ਧਨ ਦੌਲਤ ਦੇ ਕੇ ਆਪਣੇ ਵਸ ਵਿੱਚ ਕਰ ਲਵਾਂਗੇ, ਆਪਣੇ ਹੱਕ ਦੇ ਵਿੱਚ ਕਰ ਲਵਾਂਗੇ। ਉਹਨਾਂ ਨੂੰ ਲੈ ਕੇ 500 ਜਿੰਨੇ ਵੀ ਬਣਦੇ ਆ ਲੈ ਕੇ ਚੱਲਾਂਗੇ। ਜਲੰਧਰ ਦੇ ਸੂਬੇਦਾਰ ਨਵੇਂ ਬਣੇ ਆ, ਨਵੇਂ ਸੂਬੇਦਾਰ ਕੁਤਬ ਖਾਨ, ਉਹ ਕੁਤਬ ਖਾਨ ਕੋਲ ਦੇ ਚੱਲਾਂਗੇ ਸ਼ਿਕਾਇਤ ਲੈ ਕੇ। ਉਹ ਸਾਡੀ ਮਦਦ ਕਰਨਗੇ ਸ਼ਾਹਜਹਾਨ ਦੇ ਸਨਮੁਖ ਪੁਕਾਰ ਕਰਨ ਦੀ, ਤੇ ਸ਼ਾਹਜਹਾਨ ਨੂੰ ਮਿਲ ਕੇ ਕਹਿੰਦੇ ਵੱਡੀ ਫੌਜ ਲੈ ਕੇ ਗੁਰੂ ਸਤਿਗੁਰ ਦੇ ਉੱਤੇ ਚੜ੍ਹਾਈ ਕਰਕੇ ਆਵਾਂਗੇ। ਜਦੋਂ ਸਤਿਗੁਰੂ ਜੀ ਨੂੰ ਮੂੰਹ ਦੀ ਮਾਰ ਮਾਰੀ ਤੇ ਫੇਰ ਪਤਾ ਲੱਗੂ ਸਤਿਗੁਰੂ ਜੀ ਨੂੰ ਅਕਲ ਟਿਕਾਣੇ ਆਵੇਗੀ। ਏਦਾਂ ਇਹਨਾਂ ਨੇ ਵਿਉਂਤ ਬਣਾਈ। ਉਸ ਵੇਲੇ ਇਹ ਵਿਚਾਰ ਕੀਤੀ ਦੋਨਾਂ ਜਣਿਆਂ ਨੇ, ਕਹਿੰਦੇ ਇਹਨਾਂ ਨੇ ਤਿਆਰੀ ਕੀਤੀ, ਕੁਝ ਮਾਇਆ ਲੈ ਲਈ ਆਪਣੇ ਨਾਲ, ਜਾ ਕੇ ਬਸੀ ਪਠਾਣਾ ਦੇ ਜਿਹੜੇ ਪਠਾਨ ਲੋਕ ਰਹਿੰਦੇ ਨੇ ਉਹਨਾਂ ਨੂੰ ਖਰੀਦਣ ਦੀ ਵਿਚਾਰ ਕੀਤੀ। ਉਸ ਵੇਲੇ ਆਪਣੇ ਘਰ ਤੋਂ ਤੁਰੇ ਨੇ, ਤੁਰਦੇ ਤੁਰਦੇ ਬਸੀ ਪਠਾਣਾ ਨਗਰ ਵਿਖੇ ਪਹੁੰਚੇ, ਜਿੱਥੇ ਇਹਨਾਂ ਨੇ ਬਹੁਤ ਵੱਡੇ ਪੱਧਰ ਤੇ ਆਪਣੀ ਵਿਚਾਰ ਦੱਸੀ, ਉੱਥੇ ਪੇਸ਼ ਕੀਤੀ। ਵੱਡੇ ਇਕੱਠ ਨੂੰ ਇਕੱਠ ਕਰਕੇ, ਇਕੱਤਰ ਕਰਕੇ, ਸਾਰਿਆਂ ਨੂੰ ਇਕੱਤਰ ਕਰਕੇ ਉਸ ਵੇਲੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਦੀ, ਕਹਿੰਦੇ ਪ੍ਰਮਾਤਮਾ ਦੇ ਵੱਲੋਂ ਇਹ ਇਦਾਂ ਦੀ ਵਿਚਾਰ ਬਣੀ। ਇਹਨਾਂ ਦੀ ਮਤ, ਇਹਨਾਂ ਦੀ ਬੁੱਧੀ ਇਦਾਂ ਦੀ ਭ੍ਰਸ਼ਟ ਹੋ ਚੁੱਕੀ, ਹੁਣ ਸਤਿਗੁਰੂ ਜੀ ਦੇ ਨਾਲ ਹੀ ਵੈਰ ਵਿਰੋਧ ਕਰਨ ਲੱਗੇ ਨੇ। ਜਿੱਥੋਂ ਖਾਧਾ, ਜਿੱਥੋਂ ਘਰ-ਬਾਰ ਪਰਿਵਾਰ ਸਭ ਕੁਝ ਪ੍ਰਾਪਤ ਕੀਤਾ, ਕਹਿੰਦੇ ਉੱਥੇ ਹੀ ਵੈਰ ਵਿਰੋਧ ਰੱਖਣ ਲੱਗੇ ਨੇ। ਆਮ ਕਹਿ ਦਿੰਦੇ, ਕਹਿੰਦੇ ਜਿਸ ਥਾਲੀ ਵਿੱਚ ਖਾਧਾ ਉਸੇ ਥਾਲੀ ਵਿੱਚ ਛੇਕ ਕਰਨ ਲੱਗੇ ਨੇ। ਉਸ ਵੇਲੇ ਕਹਿੰਦੇ ਇਹਨਾਂ ਨੇ ਵਿਚਾਰ ਬਣਾਈ, ਵੱਡਾ ਇਕੱਠ ਕੀਤਾ, ਉੱਥੇ 500 ਪਠਾਨ ਇਹਨਾਂ ਨੂੰ ਪ੍ਰਾਪਤ ਹੋਏ, ਰਿਸ਼ਵਤ ਦੇ ਕੇ, ਧਨ ਦੌਲਤ ਦੇ ਕੇ। ਇਹ ਬਸੀ ਪਠਾਣਾ ਤੋਂ ਚਲਦੇ ਚਲਦੇ ਹੋਏ 500 ਪਠਾਨ ਲੈ ਕੇ ਕਹਿੰਦੇ ਜਲੰਧਰ ਕੁਤਬ ਖਾਨ, ਇਹਨਾਂ ਦਾ ਚਚੇਰਾ ਭਰਾ ਇਹ ਜਿਹੜਾ ਜਲੰਧਰ ਦਾ ਸੂਬੇਦਾਰ ਨਵਾਂ ਬਣਿਆ, ਉਹਨੂੰ ਵੀ ਆਪਣੇ ਸੂਬੇਦਾਰੀ ਦਾ ਬਹੁਤ ਸ਼ੌਂਕ ਹੈ, ਬੜੀ ਖੁਸ਼ੀ ਹੈ। ਉਹ ਵੀ ਦੇਖਦਾ ਮੇਰੇ ਕੋਲੇ ਕੋਈ ਪੁਕਾਰ ਲੈ ਕੇ ਆਵੇ, ਮੇਰੇ ਇਲਾਕੇ ਦਾ ਮਨੁੱਖ, ਤੇ ਮੈਂ ਉਹਦੀ ਮਦਦ ਕਰਾਂ, ਉਹਦੀ ਹੈਲਪ ਕਰਾਂ। ਕਿਉਂਕਿ ਜਦੋਂ ਕੋਈ ਨਵਾਂ ਕੋਈ ਮੁੱਖ ਮੰਤਰੀ, MP, BMP ਸਤਿਗੁਰੂ ਜੀ ਕਹਿੰਦੇ ਬਣੇ ਹੁਣ, ਉਦੋਂ ਉਸ ਮਨੁੱਖ ਨੂੰ ਆਪਣੇ ਅਹੁਦੇ ਦਾ ਬੜਾ ਸ਼ੌਕ ਹੁੰਦਾ, ਬੜੀ ਖੁਸ਼ੀ ਹੁੰਦੀ ਹੈ, ਮੈਂ ਇਦਾਂ ਕਰਾਂਗਾ, ਇਦਾਂ ਕਰਾਂਗਾ। ਇਸੇ ਤਰ੍ਹਾਂ ਕੁਤਬ ਖਾਨ ਨੂੰ ਬੜਾ ਸ਼ੌਕ ਹੈ, ਬੜੀ ਖੁਸ਼ੀ ਹੈ ਆਪਣੇ ਅਹੁਦੇ ਪ੍ਰਾਪਤ ਕੀਤੇ ਦੀ। ਉਹ ਕਹਿੰਦਾ ਕੋਈ ਨਾ ਕੋਈ ਆਵੇ ਮੇਰੇ ਕੋਲੇ ਪੁਕਾਰ ਲੈ ਕੇ, ਤੇ ਮੈਂ ਉਹਦੀ ਪੁਕਾਰ ਨੂੰ ਸੁਣ ਕੇ ਉਹਦਾ ਹੱਲ ਕਰਾਂ। ਤੇ ਚੱਲਦਾ ਚੱਲਦਾ ਪੈਂਦੇ ਖਾਂ ਪਠਾਨ ਕਹਿੰਦੇ ਕੁਤਬ ਖਾਨ ਕੋਲ, ਜਲੰਧਰ ਦੇ ਸੂਬੇਦਾਰ ਕੋਲ ਪਹੁੰਚ ਗਿਆ। ਇਹਦਾ ਚਚੇਰਾ ਭਰਾ ਇਹ ਗਿਆ, ਜਾ ਕੇ ਮਿਲਿਆ,
बड़े अदब सत्कार दे नाल दोनों ने एक दूजे नूं बुलाया, खैर सुख पुछी आ। पुछ के विचार कर लगे कि किवें आउणा होया। उन्हें दस्सिया पैंदे खां पठान ने। कहण लगा जी मैं सतगुरु जी कोल रहिंदा सी, सारे लोग जाणदे ने, जहान जाणदा है सारा। कुतुब खान कहंदा हाँ मैं भी जाणदा, पता मैनूं तूं सतगुरु जी कोल रहिंदा। कहंदा रहिंदा ते सी बड़े चाह दे नाल सेवा भी करदा सी, भावना दे नाल, पर सतगुरु जी दे नाल, सतगुरु जी ने मेरे नाल बहुत वड्डा बैर कीता, बहुत मेरी तौहीन कीती, बेइज्जती कीती गुरु सतगुरु जी ने। कुतुब खान ने पुछा किवें? कहंदा जी मैनूं सतगुरु जी ने वस्तां दित्तियां सन, बड़े खुश दी खुशी दे नाल, चाओ दे नाल, ते मैं प्राप्त भी कीतियां। बाद विच कहंदे पता नहीं सतगुर दे हिरदे विच की विचार जागी है, ਉਹ ਜਿਹੜੀਆਂ ਵਸਤਾਂ ਸਨ ਉਹ ਸਤਿਗੁਰੂ ਜੀ ਨੇ ਵਾਪਸ ਪ੍ਰਾਪਤ ਕਰ ਲਈਆਂ। ਤੇ ਮੈਨੂੰ ਇਸ ਗੱਲ ਦਾ ਬੜਾ ਗੁੱਸਾ ਆਇਆ। ਕਹਿੰਦੇ ਮੈਂ ਸਤਿਗੁਰੂ ਜੀ ਤੋਂ ਹੁਣ ਬਦਲਾ ਲੈਣਾ ਚਾਹੁੰਦਾ ਉਹ ਗੱਲਾਂ ਦਾ, ਸਤਿਗੁਰੂ ਨੇ ਮੇਰੀ ਬੇਇੱਜ਼ਤੀ ਕੀਤੀ। ਕੁਤੁਬ ਖਾਨ ਵੀ ਸੁਣ ਕੇ ਬੜਾ ਹੈਰਾਨ ਹੋਇਆ। ਉਹਨੇ ਪਹਿਲੇ ਤੇ ਪੈਂਦੇ ਖਾਂ ਪਠਾਨ ਨੂੰ ਕਿਹਾ, ਕਹਿੰਦਾ ਉਹ ਦੇਖ ਤੂੰ ਕਿੱਡਾ ਵੱਡਾ ਕਿਰਤ ਘਾਣਾ ਹੈ, ਕਿੱਡਾ ਵੱਡਾ ਪਾਪੀ ਹੈ। ਕਹਿੰਦੇ ਜੇ ਇਸ ਘਰ ਦਾ ਖਾਇਆ ਉਸੇ ਘਰ ਦਾ ਲੂਣ ਹਰਾਮ ਕਰ ਰਿਹਾ ਤੂੰ, ਤੈਨੂੰ ਲੋਕ ਲੂਣ ਹਰਾਮੀ ਕਹਿਣਗੇ, ਇਹ ਨਹੀਂ ਕਰਨਾ ਚਾਹੀਦਾ। ਉਸ ਵੇਲੇ ਪੈਂਦੇ ਖਾਂ ਪਠਾਨ ਦੀ ਮੱਤ ਇੰਨੀ ਕੁ ਮਰ ਚੁੱਕੀ ਸੀ, ਬੁੱਧੀ ਭ੍ਰਸ਼ਟ ਇੰਨੀ ਹੋ ਚੁੱਕੀ ਸੀ, ਇਸ ਹੱਦ ਤੱਕ ਪੈਂਦੇ ਖਾਂ ਪਠਾਨ ਗਿਰ ਚੁੱਕਿਆ ਸੀ। ਕਹਿੰਦੇ ਉਹ ਗੱਲਾਂ ਨੂੰ ਭੁੱਲ ਚੁੱਕਿਆ ਜਿਹੜੀ ਬਖਸ਼ਿਸ਼ ਰਹਿਮਤ ਪੈਂਦੇ ਖਾਂ ਪਠਾਨ ਦੇ ਉੱਤੇ ਸਤਿਗੁਰੂ ਜੀ ਨੇ ਵਰਤਾਈ ਹੈ, ਉਹ ਗੱਲਾਂ ਨੂੰ ਭੁੱਲ ਗਿਆ, ਵਿਸਾਰ ਗਿਆ ਕਿ ਸਤਿਗੁਰੂ ਜੀ ਨੇ ਮੈਨੂੰ ਜ਼ਮੀਨ ਤੋਂ ਚੁੱਕ ਕੇ ਆਸਮਾਨ ਤੱਕ ਪਹੁੰਚਾਇਆ। ਉਹ ਗੱਲਾਂ ਨੂੰ ਭੁੱਲ ਗਿਆ। ਮੈਂ ਤੇ ਸੰਸਾਰ ਦੇ ਵਿੱਚ ਰੁਲਦਾ ਫਿਰਦਾ ਸਾਂ, ਗੁਰੂ ਸਤਿਗੁਰੂ ਨੇ ਮੈਨੂੰ ਰੋਟੀ ਪਾਇਆ, ਪ੍ਰਸ਼ਾਦੇ ਜੋਗਾ ਕੀਤਾ, ਚੰਗੇ ਚੋਖੇ ਛਕਾਏ। ਸਤਿਗੁਰੂ ਜੀ ਨੇ ਮਾਣ ਸਨਮਾਨ ਬਖਸ਼ਿਆ। ਗੁਰੂ ਸਤਿਗੁਰੂ ਜੀ ਨੇ ਇਹ ਗੱਲਾਂ ਨੂੰ ਭੁੱਲ ਗਿਆ। ਉਸ ਵੇਲੇ ਪੈਂਦੇ ਖਾਂ ਪਠਾਨ ਦੀ ਵਿਚਾਰ ਸੁਣ ਕੇ ਕੁਤੁਬ ਖਾਨ ਵੀ ਬੜਾ ਹੈਰਾਨ ਹੋਇਆ। ਉਦੋਂ ਗੁਰੂ ਨਾਨਕ ਦੇ ਦਰ ਕਰਦਾ ਲੂਣ ਖਾ ਕੇ ਹਰਾਮੀ ਹੋ ਰਿਹਾ, ਲੂਣ ਹਰਾਮੀ ਕਰਦਾ ਤੇਰੇ ਵਾਸਤੇ ਚੰਗੀ ਗੱਲ ਨਹੀਂ ਹੈ। ਉਸ ਵੇਲੇ ਉਹ ਪੈਂਦੇ ਖਾਂ ਪਠਾਨ ਕਹਿੰਦਾ ਨਹੀਂ ਜੀ ਮੇਰੀ ਜਿਵੇਂ ਕਰਕੇ ਜਿਵੇਂ ਕਿਵੇਂ ਕਰਕੇ ਮਦਦ ਕਰੋ। ਆ 500 ਪਠਾਨ ਮੇਰੇ ਨਾਲ ਆਇਆ, ਕੋਈ ਇਦਾਂ ਦੀ ਵਿਚਾਰ ਨਹੀਂ, ਇਹ ਕੋਈ ਗੱਲਬਾਤ ਦੇਖ ਕੇ ਸੋਚ ਸਮਝ ਕੇ ਮੇਰੇ ਨਾਲ ਤੁਰੇ, ਨਹੀਂ ਤੇ ਨਗਰ ਦੇ 2 ਲੋਕ ਨਹੀਂ ਤੁਰਦੇ ਕਿਸੇ ਨਾਲ। ਕੋਈ ਨੇ ਕੋਈ ਗੱਲ ਜ਼ਰੂਰ ਹੈ, ਤੁਸੀਂ ਵਿਚਾਰਨ ਦੇ ਵਿੱਚ ਗਲਤੀ ਕਰ ਰਹੇ ਹੋ। ਉਸ ਵੇਲੇ ਚਚੇਰਾ ਭਰਾ ਹੋਣ ਦੇ ਨਾਤੇ ਕਹਿੰਦੇ ਕੁਤੁਬ ਖਾਨ ਨੂੰ ਗੱਲ ਮੰਨਣੀ ਪੈ ਗਈ, ਜਲੰਧਰ ਦੇ ਸੂਬੇਦਾਰ ਨੂੰ। ਤੇ ਕਹਿੰਦੇ ਪੈਂਦੇ ਖਾਂ ਪਠਾਨ ਨੇ ਬੇਨਤੀ ਕੀਤੀ ਮੇਰੀ ਇਦਾਂ ਕਰਕੇ ਮਦਦ ਕਰੋ, ਮੈਂ ਸਤਿਗੁਰ ਦੇ ਸਾਰੇ ਦਾ ਪੇਚ ਜਾਣਦਾ, ਸਤਿਗੁਰੂ ਜੀ ਕਿੱਥੇ, ਕੀ ਵਿਚਾਰ ਕਰਦੇ, ਕਿਵੇਂ ਕਰਕੇ ਯੁੱਧ ਕਰਦੇ, ਕਿਵੇਂ ਤਿਆਰੀ ਕਰਦੇ ਆ, ਕਿਵੇਂ ਲੜਦੇ ਆ, ਕਿਵੇਂ ਫਤਿਹ ਪ੍ਰਾਪਤ ਕਰਦੇ, ਸਾਰੀ ਗੱਲ ਦਾ ਮੈਨੂੰ ਪਤਾ। ਜਿਵੇਂ ਆਮ ਕਹਿ ਦਿੰਦੇ ਨਾ ਘਰ ਦਾ ਭੇਤੀ ਲੰਕਾ ਢਾਏ, ਕਹਿੰਦੇ ਹੁਣ ਪੈਂਦੇ ਖਾਂ ਪਠਾਨ ਸਤਿਗੁਰ ਦਾ ਭੇਤੀ ਹੈ ਪੂਰਾ। ਪਰ ਗੱਲ ਫੇਰ ਵੀ ਨਹੀਂ ਬਣਨੀ, ਕਿਉਂਕਿ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਕਿਰਪਾਲੂ ਦਿਆਲੂ ਸਤਿਗੁਰੂ ਜੀ ਕੋਈ ਆਮ ਨਹੀਂ ਹੈ। ਉਹ ਪਰਮਾਤਮਾ ਦੀ ਕਿਰਪਾ ਰਹਿਮਤ ਦੇ ਨਾਲ ਕਹਿੰਦੇ ਸੰਸਾਰ ਦੇ ਵਿੱਚ ਆਪਣੀ ਮਰਜ਼ੀ ਚਾਉਣ ਤੇ ਕਹਿੰਦੇ ਜਲ ਤੋਂ ਥਲ ਕਰ ਸਕਦੇ, ਥਲ ਤੋਂ ਕਹਿੰਦੇ ਇਸ ਸੰਸਾਰ ਦੇ ਵਿੱਚ ਜਲ ਕਰ ਸਕਦੇ, ਜਲ ਤੋਂ ਥਲ, ਥਲ ਤੋਂ ਜਲ ਕਰ ਸਕਦੇ। ਇਹ ਸਤਿਗੁਰੂ ਦੀ ਮਰਜ਼ੀ ਹੈ। ਗੁਰੂ ਸਤਿਗੁਰੂ ਜੀ ਚਾਹਣ ਸੰਸਾਰ ਦੇ ਵਿੱਚ ਕਹਿੰਦੇ ਨਾ ਮੁਮਕਿਨ ਨੂੰ ਮੁਮਕਿਨ ਵਿੱਚ ਤਬਦੀਲ ਕਰ ਸਕਦੇ, ਮੁਮਕਿਨ ਨੂੰ ਨਾ ਮੁਮਕਿਨ ਵਿੱਚ ਤਬਦੀਲ ਕਰ ਸਕਦੇ। ਗੁਰੂ ਸਤਿਗੁਰੂ ਦੀ ਮਰਜ਼ੀ ਹੈ।
ਗੁਰੂ ਸਤਿਗੁਰੂ ਦੀ ਮਰਜ਼ੀ ਤੋਂ ਬਿਨਾਂ ਤੇ ਇੱਕ ਕਹਿੰਦੇ ਪੱਤਾ ਤੱਕ ਨਹੀਂ ਝੁੱਲ ਸਕਦਾ। ਉਸ ਵੇਲੇ ਇਦਾਂ ਦੀ ਵਿਚਾਰ ਕੀਤੀ। ਪੈਂਦੇ ਖਾਂ ਪਠਾਨ ਦੀ ਮੱਤ ਨੇ ਜਿਹੜੀ ਉਹ ਬਹੁਤ ਜ਼ਿਆਦਾ ਗਿਰ ਚੁੱਕੀ ਹੈ। ਤੇ ਸਤਿਗੁਰੂ ਜੀ ਨੂੰ ਕਹਿਣ ਲੱਗਾ, ਮੈਂ ਗੁਰੂ ਸਤਿਗੁਰ ਦਾ ਸਾਰਾ ਭੇਦ ਜਾਣਦਾ, ਮੈਨੂੰ ਦੱਸੋ। ਮੈਂ ਸਤਿਗੁਰੂ ਜੀ ਨੂੰ ਦੇ ਤਦ ਛਿਨ ਦੇ ਵਿੱਚ ਹਰਾ ਕੇ ਜਿੱਤ ਪ੍ਰਾਪਤ ਕਰ ਲੈਣੀ, ਬਸ ਮੈਨੂੰ ਇਸ਼ਾਰਾ ਚਾਹੀਦਾ ਛਾਹ ਜਾਣ ਦਾ। ਉਹ ਹੁਣ ਤੁਸੀਂ ਮਦਦ ਕਰੋ। ਕਹਿੰਦੇ ਉਹਨਾਂ ਤੱਕ ਪਹੁੰਚਣ ਦੀ ਮੇਰੀ ਇੰਨੀ ਹੈਸੀਅਤ ਨਹੀਂ ਹੈ ਕਿ ਮੈਂ ਸ਼ਾਹਜਹਾਨ ਕੋਲ ਸਿੱਧਾ ਜਾ ਕੇ ਪੁਕਾਰ ਕਰਾਂ, ਵਿੱਚ ਕੋਈ ਨਾ ਕੋਈ ਵਿਚੋਲਾ ਜ਼ਰੂਰ ਚਾਹੀਦਾ ਜਿਹੜਾ ਕਿ ਸਾਡੀ ਮਦਦ ਕਰੇ, ਸਾਡੀ ਹੈਲਪ ਕਰੇ, ਉਹਨਾਂ ਦੇ ਨਾਲ ਮਿਲਣ ਦੀ, ਉਹਨਾਂ ਦੇ ਤੱਕ ਪਹੁੰਚਣ ਦੀ। ਤੇ ਹੁਣ ਤੁਸੀਂ ਕਰ ਸਕਦੇ ਹੋ। ਇਦਾਂ ਕਰਕੇ ਕਹਿੰਦੇ ਕੁਤਬ ਖਾਨ ਨੂੰ ਉਸ ਵੇਲੇ ਪੈਂਦੇ ਖਾਂ ਪਠਾਨ ਨੇ ਬੇਨਤੀ ਕੀਤੀ ਹੈ, ਬੜੀ ਨਿਮਰਤਾ ਦੇ ਨਾਲ ਬੇਨਤੀ ਕੀਤੀ। ਤੇ ਆਖਰਕਾਰ ਕੁਤਬ ਖਾਨ ਨੇ ਕਹਿੰਦੇ ਇਹਨੂੰ ਵਿਸ਼ਵਾਸ ਦਿਵਾਇਆ, ਯਕੀਨ ਦਿਵਾਇਆ, ਠੀਕ ਹੈ ਜਿਵੇਂ ਤੂੰ ਕਹਿਣਾ ਉਵੇਂ ਠੀਕ ਆ, ਪਰ ਸਤਿਗੁਰੂ ਜੀ ਦੇ ਨਾਲ ਜੰਗ ਜੁੱਧ ਕਰਕੇ ਤੂੰ ਜਿੱਤ ਪ੍ਰਾਪਤ ਕਰ ਲਵੇਂ, ਇਹ ਕਦਾਚਿਤ ਨਹੀਂ ਹੋ ਸਕਦਾ। ਸਤਿਗੁਰੂ ਜੀ ਕੋਈ ਆਮ ਨਹੀਂ ਹੈ। ਉਸ ਵੇਲੇ ਪੈਂਦੇ ਖਾਂ ਪਠਾਨ ਨੂੰ ਕਹਿ ਦਿੱਤਾ, ਕਹਿੰਦੇ ਤੁਸੀਂ ਇਹ 500 ਆਪਣੇ ਫੌਜਦਾਰ ਲੈ ਕੇ ਚੱਲੋ, ਕਹਿੰਦੇ ਲਾਹੌਰ ਵਿਖੇ ਉੱਥੇ ਚੱਲ ਕੇ ਡੇਰਾ ਕਰੋ, ਮੈਂ ਤੁਹਾਡੇ ਪਿੱਛੇ ਪਿੱਛੇ ਆਉਣਾ। ਤੇ ਕਹਿੰਦੇ ਜੇ ਇਸ ਵੇਲੇ ਪੈਂਦੇ ਖਾਂ ਪਠਾਨ ਚੱਲਿਆ ਇਧਰੋਂ ਜਲੰਧਰ ਤੋਂ ਲਾਹੌਰ ਵੱਲ, ਇਹ ਰਸਤੇ ਵਿੱਚ ਹੌਲੀ ਹੌਲੀ ਪੜਾਓ ਕਰਦਾ ਕਰਦਾ, ਜੰਗ ਯੁੱਧ ਦੀਆਂ ਵਿਚਾਰਾਂ ਕਰਦਾ, ਹਿਰਦੇ ਵਿੱਚ ਸੋਚਦਾ ਜਾਂਦਾ, ਬਸ ਹੁਣ ਜਦੋਂ ਸ਼ਾਹਜਹਾਨ ਦੇ ਨਾਲ ਮਿਲਾਪ ਹੋ ਜਾਵੇਗਾ ਸਤਿਗੁਰੂ ਜੀ ਦੇ ਨਾਲ, ਕਹਿੰਦੇ ਮੈਂ ਜੰਗ ਯੁੱਧ ਕਰਕੇ ਫਤਿਹ ਪ੍ਰਾਪਤ ਕਰਕੇ ਵੱਡੇ ਅਹੁਦੇ ਨੂੰ ਪ੍ਰਾਪਤ ਹੋ ਜਾਵਾਂਗਾ, ਸਤਿਗੁਰੂ ਦੇ ਦਰ ਕਰਦਾ ਨਾਮ ਨਿਸ਼ਾਨ ਮਿਟਾ ਦੇਵਾਂਗਾ। ਪਰ ਪੈਂਦੇ ਖਾਂ ਪਠਾਨ ਨੂੰ ਇਹ ਨਹੀਂ ਪਤਾ ਕਿ ਸਤਿਗੁਰੂ ਦੇ ਦਰ ਕਰਨ ਨੂੰ ਢਾਹ ਲਾਉਣ ਵਾਲੇ ਬਹੁਤ ਅੱਜ ਤੱਕ ਆਏ ਨੇ, ਆ ਕੇ ਚਲੇ ਗਏ, ਕਿਸੇ ਤੋਂ ਕੁਝ ਨਹੀਂ ਹੋਇਆ। ਸੰਸਾਰ ਦੇ ਵਿੱਚ ਗੁਰੂ ਨਾਨਕ ਦੇ ਦਰ ਕਰ ਦੀ ਬਖਸ਼ਿਸ਼ ਰਹਿਮਤ, ਗੁਰੂ ਨਾਨਕ ਦੇ ਦਰ ਕਰ ਦੀ ਪ੍ਰਾਪਤੀ ਜਿਹੜੀ ਜਿਉਂਦੀ ਤਿਉਂ ਹੈ। ਸੰਸਾਰ ਦੇ ਵਿੱਚ ਬੜੇ ਲੋਕ ਆਏ ਨੇ ਇਦਾਂ ਦੇ ਪਾਪੀ ਅਪਰਾਧੀ ਜਿਹੜੇ ਆ ਕੇ ਚਲੇ ਗਏ ਨੇ, ਉਹਨਾਂ ਨੇ ਪੂਰਨ ਤੌਰ ਤੇ ਜ਼ੋਰ ਲਾਇਆ ਸਤਿਗੁਰ ਦੇ ਦਰ ਕਰ ਦੀ ਬਖਸ਼ਿਸ਼ ਰਹਿਮਤ ਨੂੰ ਗਿਰਾਉਣ ਦਾ। ਕਦਾਚਿਤ ਵੀ ਗੱਲ ਨਹੀਂ ਬਣਨੀ ਵੀ ਕਿਵੇਂ ਹੈ, ਕਿਉਂਕਿ ਸੰਸਾਰ ਦੇ ਵਿੱਚ ਗੁਰੂ ਨਾਨਕ ਦੇ ਦਰ ਕਰ ਦੇ ਨਾਲ ਮੱਥਾ ਲਾਉਣਾ ਸਤਿਗੁਰੂ ਜੀ ਕਹਿੰਦੇ ਆਮ ਜੀ ਵਿਚਾਰ ਨਹੀਂ ਹੈ। ਤੇ ਸੰਸਾਰ ਵਿੱਚ ਜਿਉਂਦੇ ਤਿਉਂ ਖਾਲੀ ਹੱਥ ਪਾਪੀ ਅਪਰਾਧੀ ਕਹਿੰਦੇ ਆਪਣੇ ਸਿਰ ਤੇ ਕਲੰਕ ਲੈ ਕੇ ਚਲੇ ਗਏ ਨੇ। ਫਿਰ ਤੇ ਭਾਵੇਂ ਗੁਰੂ ਨਾਨਕ ਦੇ ਦਰ ਕਰ ਦੇ ਵਿੱਚੋਂ ਹੀ ਕਿਉਂ ਨਾ ਕੋਈ ਹੋਵੇ, ਜਿਵੇਂ ਪ੍ਰਿਥੀ ਚੰਦ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦਾ ਵੱਡਾ ਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਛੋਟੇ ਪੁੱਤਰ ਦੇ ਨਾਲ ਬੜਾ ਵੈਰ ਵਿਰੋਧ ਕਰਦਾ ਰਿਹਾ। ਉਹਨੇ ਸਤਿਗੁਰੂ ਨਾਲ ਮੱਥਾ ਲਾਇਆ, ਪਰ ਕਹਿੰਦੇ ਜਿਉਂਦਾ ਤਿਉਂ ਚਲਾ ਗਿਆ ਸੰਸਾਰ ਵਿੱਚੋਂ। ਸਤਿਗੁਰੂ ਦੀ ਰਹਿਮਤ ਕਿਰਪਾ ਦੇ ਵਾਂਝਾ ਇੱਥੇ ਸਤਿਗੁਰੂ ਜੀ ਕਹਿੰਦੇ ਕੋਈ ਵੀ ਹੈ ਜਿਹੜਾ ਸਤਿਗੁਰ ਦੇ ਦਰ ਕਰ ਦੇ ਵਿਖੇ ਝੁਕਦਾ ਏ, ਜਿਵੇਂ ਕਹਿੰਦੇ ਜੋ ਸ਼ਰਨ ਆਵੈ ਦਸਕੰਠ ਲਾਵੇ, ਬਿਰਧ ਸੁਆਮੀ ਛੰਦਾ ਜਿਹੜਾ ਸਤਿਗੁਰ ਦੇ ਸ਼ਰਨ ਵਿੱਚ ਆਉਂਦਾ ਨਿਮਰਤਾ ਸਹਿਤ ਨੀਵਾਂ ਹੋ ਕੇ ਝੁਕਦਾ ਏ, ਉਹਦੇ ਤੇ ਸਤਿਗੁਰ ਦੀ ਕਿਰਪਾ ਵਰਤਦੀ ਹੈ। ਤੇ ਜੇਕਰ ਕੋਈ ਆਪਣੀ ਮਾੜੀ ਬੁੱਧੀ ਸਿਆਣਪ ਦੀ ਚਤੁਰਾਈ ਦੇ ਨਾਲ ਕਵੇ ਕਿ ਮੈਂ ਇਦਾਂ ਕਰਕੇ ਪ੍ਰਾਪਤੀ ਕਰ ਲਵਾਂ, ਸਤਿਗੁਰੂ ਜੀ ਕਹਿੰਦੇ ਕਦਾਚਿਤ ਵੀ ਗੱਲ ਨਹੀਂ ਬਣ ਸਕਦੀ। ਉਸ ਮਨੁੱਖ ਨੂੰ ਮੋਹ ਦੀ ਮਾਰ ਪੈਂਦੀ ਹੈ, ਸੰਸਾਰ ਦੇ ਵਿੱਚੋਂ ਆਪਣੇ ਪਾਪ ਅਪਰਾਧ ਕਰਕੇ ਪ੍ਰਗਟ ਹੋ ਜਾਂਦਾ। ਲੋਕ ਉਹਨੂੰ ਧਰਕਾਰ ਪਾਉਂਦੇ ਨੇ, ਲਾਹਣਤਾਂ ਪਾਉਂਦੇ। ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਹੁਣ ਪਾਪੀ ਇਹ ਪਠਾਨ ਖਾਂ ਇਹਨੇ ਪੈਂਦੇ ਖਾਂ ਪਠਾਨ ਨੇ ਕਹਿੰਦੇ ਵਿਚਾਰ ਰੱਖੀ, ਮਨ ਵਿੱਚ ਸੋਚਦਾ ਜਾਂਦਾ ਮੈਂ ਸਤਿਗੁਰੂ ਜੀ ਤੋਂ ਜਿੱਤ ਪ੍ਰਾਪਤ ਕਰਾਂਗਾ, ਸਤਿਗੁਰੂ ਦੇ ਨਾਲ ਜੰਗ ਕਰਾਂਗਾ, ਸਤਿਗੁਰੂ ਜੀ ਤੋਂ ਫਤਿਹ ਪ੍ਰਾਪਤ ਕਰਕੇ ਆਪਣੇ ਮਾਨ ਸਨਮਾਨ ਨੂੰ ਬਰਕਰਾਰ ਰੱਖਾਂਗੇ। ਇਦਾਂ ਵਿਚਾਰ ਕਰਨ ਲੱਗਾ।
मेरे वर्गा महाबली जोधा कौन है, मेरे वर्गा सूरमा कौन है। सतगुरु जी तां मेरे अगे कुछ टिक नहीं सकते। मैं भेद नूं जाणदा, दूजा मैं सूरमा बहुत है। हुण संसार दे विच सतगुरु जी कहंदे कोई मनुख है, जेकर ਉਹਦੇ ਤੇ गुरु सतगुरु दी किरपा रहमत वरती है, ਉਹ सतगुरु दी किरपा रहमत ਨੂੰ ਜਾਣਦਾ ਹੋਇਆ सतगुरु ਦੇ ਦਰ ਕਰ ਵਿਖੇ ਨਿਮਰਤਾ ਸਹਿਤ ਝੁਕਿਆ ਰਵੇ, फिर तो होर बख्शिश रहमत प्राप्त होंदी है। जेकर उन्नी क बख्शिश प्राप्त करके हंकारी हो जाए, मेरे अर्गा सियाणा नहीं, मेरे अर्गा कोई ज्ञानी नहीं, मेरे अर्गा कोई कथावाचक नहीं, ज्ञाता नहीं, सूरमा नहीं है, जिद्दां दी विचार करे, सतगुरु जी कहंदे जो कुछ उहदे कोले हुंदा वो भी खुस जांदा चला जांदा। हंकार होण करके हंकारी मनुख सतगुरु जी नूं भाउंदा नहीं, चंगा नहीं लगदा। ते गुरु प्यारे उस वेले ये पैंदे खां पठान विच हंकार आ गया, कहंदे जिन्नी भी ताकत वो भी खुस जानी चली जानी है। इते सतगुर दी कृपा, जिवें कहंदे गुवारे दे विच हवा भरी है ते चंगा लगदा वधिया, वो चंगा तां लगदा उहदे विच हवा भरी है। ते कहंदे जे उही हवा गुवारे विचों निकल जावे ते उहदा रूप, उहदा रंग, ਉਹਦੀ बनावट ਦੇ ਵਿੱਚ ਕਹਿੰਦੇ ਕਦਾਚਿਤ ਵੀ ਉਹ ਵਿਚਾਰ ਨਹੀਂ ਰਹਿੰਦੀ। ਇਸੇ ਤਰ੍ਹਾਂ ਪੈਂਦੇ ਖਾਂ ਪਠਾਨ ਦੇ ਸਰੀਰ ਰੂਪੀ ਗੁਬਾਰੇ ਵਿੱਚ ਸਤਿਗੁਰ ਦੀ ਕਿਰਪਾ ਰਹਿਮਤ ਦੀ ਬਖਸ਼ਿਸ਼ ਭਰੀ ਹੈ। ਪਰ ਜਦੋਂ ਸਤਿਗੁਰ ਦੀ ਕਿਰਪਾ ਰਹਿਮਤ ਦੀ ਬਖਸ਼ਿਸ਼ ਹੀ ਪੈਂਦੇ ਖਾਂ ਪਠਾਨ ਦੇ ਹਿਰਦੇ ਵਿੱਚੋਂ ਸਰੀਰ ਵਿੱਚੋਂ ਕਹਿੰਦੇ ਨਿਕਲ ਗਈ ਹੰਕਾਰ ਕਰਕੇ, ਫਿਰ ਪੈਂਦੇ ਖਾਂ ਪਠਾਨ कदाचित भी किसी प्रकार वो बख्शिश रहमत का मालिक नहीं बन सकता, जिहड़ी बख्शिश रहमत गुरु सतगुरु ने बरताई है। ते रास्ते विच तुरिया जांदा लाहौर विच पहुंच गया, कहंदे उत्थे जाके ने डेरा कीता। 500 दे नाल पठान है। इधरों शाहजहान दे सन्मुख जिहड़ा वजीर खां रहिंदा, जिहड़ा सतगुरु गुरु नानक दे दर घर दे नाल बड़ा प्रेम करदा, भावना दे नाल रहिंदा, शरधावान है वजीर खां। ਉਹ ਜਦੋਂ कोई चंगी मंदी विचार हुंदी गुरु नानक दे दर घर दे प्रति, कहंदे वजीर खां सारी विचार नूं निर्णा करके शाहजहान नूं दस दिंदा कि गल इदां नहीं जी, इदां है। ते इदां दा वजीर खां उत्थे सन्मुख रहिंदा, वड्डे अहुदेदार है, कह लो कि वजीर खां शाहजहान दे बड़ा नज़दीक है। ਵੱਡੇ ਸਲਾਹਕਾਰਾਂ ਦੇ ਵਿੱਚੋਂ ਇੱਕ ਸਲਾਹਕਾਰ ਹੈ ਵਜ਼ੀਰ ਖਾਂ। ਜਦੋਂ ਉਹਨੂੰ ਪਤਾ ਲੱਗਿਆ ਕਿ ਪੈਂਦੇ ਖਾਂ ਪਠਾਨ ਇਸ ਨੀਅਤ ਨੂੰ ਮੁੱਖ ਰੱਖ ਕੇ ਇੱਥੇ ਪਹੁੰਚਿਆ, ਤੇ ਉਹਨੇ ਨਾਲ ਦੇ ਜਿਹੜੇ ਹਾਕਮ ਹੈ ਉਹਨਾਂ ਸਾਰਿਆਂ ਨੂੰ ਕਹਿ ਦਿੱਤਾ ਵੀ ਪੈਂਦੇ ਖਾਂ ਪਠਾਨ ਦੀ ਕੋਈ ਮਦਦ ਨਾ ਕਰਿਓ, ਇਹ ਵੱਡਾ ਗਿਰਦ ਘਾਣਾ ਹੈ, ਲੂਣ ਹਰਾਮੀ ਹੈ, ਇਹ ਸ਼ਾਹਜਹਾਨ ਦੇ ਸਨਮੁਖ ਪੁਕਾਰ ਲੈ ਕੇ ਆਇਆ ਗੁਰੂ ਸਤਿਗੁਰ ਦੇ ਪ੍ਰਤੀ ਉਹਨਾਂ ਦੇ ਖਿਲਾਫ, ਇਹਦੀ ਕੋਈ ਮਦਦ ਨਾ ਕਰਿਓ, ਇਹ ਕਹਿ ਦਿੱਤਾ। ਉਸ ਵੇਲੇ ਵਜ਼ੀਰ ਖਾਂ ਨੇ ਸਾਰੇ ਹਾਕਮਾਂ ਨੂੰ, ਹੁਣ ਸਾਰੇ ਹਾਕਮ ਵਜ਼ੀਰ ਖਾਂ ਤੋਂ ਡਰਦੇ, ਕਿਉਂਕਿ ਸ਼ਾਹਜਹਾਨ ਦੇ ਨਜ਼ਦੀਕ ਬਹੁਤ ਹੈ ਵਜ਼ੀਰ ਖਾਂ। ਦੂਜੇ ਨੰਬਰ ਤੇ ਗੁਰੂ ਨਾਨਕ ਦੇ ਦਰ ਕਰ ਦਾ ਪ੍ਰੇਮੀ ਹੈ, ਸ਼ਰਧਾਵਾਨ ਹੈ। ਉਸ ਵੇਲੇ ਸਾਰੀ ਡਰਦਿਆਂ ਨੇ ਕਹਿੰਦੇ ਇਨਕਾਰ ਕਰ ਦਿੱਤਾ। ਪੈਂਦੇ ਖਾਂ ਪਠਾਨ ਦੀ ਮਦਦ ਕਰਨ ਵਾਸਤੇ, शाहजहान तक पुकार पहुँचाने वास्ते सारिया ने इनकार कर दिता। नहीं भी तेरी असी मदद नहीं कर सकते, तू तो सतगुर दा नहीं बनिया, साडा की बनेगा। सतगुरु गुरु नानक दे दर कर दा लूण खा के हराम करदा, साडे असी तेरे किहदे विचारे आ, भाव कोई नहीं। उस वेले सारिया ने मदद करन तो इनकार कर दिता, मना कर दिता, असी तेरी मदद नहीं कर सकते। ते कहने हुण काफ़ी लंबा समा बतीत हुंदा गया। पैंदे खां पठान अपने जवाई समेत 500 दे नाल पठान है उत्थे डेरा करके बैठा। 1 महीना बतीत हो गया बैठे नूं, ते मन विच हौली हौली आस मुकण लग पई कि बाकी मैं बहुत अकिरत घाड़ा है कि सतगुर दे दर कर दे नाल वैर विरोध कीता, लूण हरामी होया, पर दूजे पासे मेरी कोई मदद भी करे, हेल्प भी करे, क्योंकि सतगुर ने मेरी तौहीन की, मैं तो बदला लेना चाहना।
ਵਿਚਾਰ ਕਰਦਾ ਕਿ ਜਲੰਧਰ ਦਾ ਸੂਬੇਦਾਰ ਕੁਤਬ ਖਾਨ ਉਹ ਵੀ ਨਹੀਂ ਪਹੁੰਚਿਆ, ਉਹਨੇ ਵੀ ਪਤਾ ਨਹੀਂ ਮਨ ਵਿੱਚ ਕੀ ਵਿਚਾਰ ਕੀਤੀ, ਉਹ ਵੀ ਨਹੀਂ ਪਹੁੰਚਿਆ। ਉਹਨੇ ਕਹਿ ਦਿੱਤਾ ਕਿ ਤੂੰ ਚੱਲ ਮੈਂ ਤੇਰੇ ਪਿੱਛੇ ਆਉਣਾ, ਉਹ ਵੀ ਨਹੀਂ ਪਹੁੰਚਿਆ। ਉਸ ਵੇਲੇ ਕਹਿੰਦੇ 1 ਮਹੀਨਾ ਬਤੀਤ ਹੋ ਗਿਆ, ਇੰਤਜ਼ਾਰ ਕਰਦਾ। ਕਹਿੰਦੇ ਹੁਣ ਤੇ ਆਸ ਕੁਤਬਦੀਨ ਤੇ ਆ, ਜੇ ਉਹ ਸਾਡੀ ਮਦਦ ਕਰੇ, ਹੈਲਪ ਕਰੇ, ਸ਼ਾਹਜਹਾਨ ਦੇ ਕੋਲ ਪੁਕਾਰ ਪਹੁੰਚਾ ਦੇਵੇ ਤੇ ਸੁਖੈਨ ਸ਼ਾਹਜਹਾਨ ਤੋਂ ਮਦਦ ਪ੍ਰਾਪਤ ਕਰਕੇ ਸਤਿਗੁਰ ਦੇ ਚੜ੍ਹਾਈ ਕਰਕੇ ਫਤਿਹ ਪ੍ਰਾਪਤ ਕਰ ਲਵਾਂਗਾ। ਇਸ ਵੇਲੇ ਨੇ ਇਦਾਂ ਵਿਚਾਰ ਕੀਤੀ, ਕਹਿੰਦੇ ਹੁਣ ਤੇ ਕੁਤਬ ਖਾਨ ਦੇ ਇਧਰ ਲਾਹੌਰ ਵਿਖੇ ਆਉਣ ਦਾ ਇੰਤਜ਼ਾਰ ਕੀਤਾ ਜਾਵੇ। ਕਹਿੰਦੇ ਇੰਤਜ਼ਾਰ ਕਰਦੇ, ਉਡੀਕ ਕਰਦੇ ਨੇ ਕੁਤਬ ਖਾਨ ਦੀ। ਸਮਾਂ ਬਤੀਤ ਹੋ ਗਿਆ, 1 ਮਹੀਨਾ ਹੋ ਗਿਆ ਤੇ ਕਹਿੰਦੇ ਅਚਨਚੇਤ ਇੱਕ ਦਿਨ ਕੁਤਬ ਖਾਨ ਵੀ ਪਹੁੰਚ ਗਿਆ ਲਾਹੌਰ ਵਿਖੇ। ਜਲੰਧਰ ਦਾ ਸੂਬੇਦਾਰ ਪਹੁੰਚਿਆ, ਉਹਨੇ ਜਾ ਕੇ ਦੇਖਿਆ ਕਿ ਪੈਂਦੇ ਖਾਂ ਪਠਾਨ ਇੱਕ ਵੱਡੇ ਧਰਮਸ਼ਾਲਾ ਦੇ ਵਿੱਚ ਆਪਣੀ ਪਠਾਨਾਂ ਦੀ ਫੌਜ ਨੂੰ ਲੈ ਕੇ ਬੈਠਾ, ਉੱਥੇ ਡੇਰਾ ਕੀਤਾ ਹੋਇਆ। ਉਹਨੇ ਜਾ ਕੇ ਕੁਤਬ ਖਾਨ ਨੇ ਪੁੱਛਿਆ ਤੇਰੀ ਮਦਦ ਹੋਈ ਹੈ ਕਿ ਨਹੀਂ? ਉਹ ਕਹਿੰਦਾ ਜੀ ਤੁਹਾਡੇ ਤੋਂ ਬਿਨਾਂ ਕਿਸੇ ਨੇ ਕਿਹਨੇ ਕਰਨੀ, ਭਾਵ ਕਿਸੇ ਨੇ ਮਦਦ ਨਹੀਂ ਕਰਨੀ। ਵਜ਼ੀਰ ਖਾਨ ਨੇ ਸਾਰੇ ਹਾਕਮਾਂ ਨੂੰ ਕਹਿ ਦਿੱਤਾ ਕਿ ਇਹਦੀ ਮਦਦ ਨਹੀਂ ਕਰਨੀ ਪੈਂਦੇ ਖਾਂ ਪਠਾਨ ਦੀ। ਸਾਰੇ ਹਾਕਮ ਕਹਿੰਦੇ ਵਜ਼ੀਰ ਖਾਨ ਤੋਂ ਡਰਦੇ ਆ। ਹੁਣ ਜੇਕਰ ਮੇਰੀ ਮਦਦ ਨਾ ਹੋਈ, ਹੈਲਪ ਨਾ ਹੋਈ ਤੇ ਮੇਰਾ ਤੇ ਸਤਿਗੁਰ ਦੇ ਨਾਲ ਵੈਰ ਵਿਰੋਧ ਜਿਹੜਾ ਪ੍ਰਾਪਤ ਕੀਤਾ, ਜਿਹੜਾ ਬਦਲੇ ਲੈਣ ਦੀ ਭਾਵਨਾ ਉਹਦੇ ਵਿੱਚ ਹੀ ਰਹਿ ਜਾਣੀ ਹੈ। ਹੁਣ ਤੁਹਾਡੇ ਤੋਂ ਬਿਨਾਂ ਕੋਈ ਪੁਕਾਰ ਨਹੀਂ ਕਰ ਸਕਦਾ। ਉਸ ਵੇਲੇ ਉਹ ਕੁਤਬ ਖਾਨ ਨੇ ਵੀ ਕਹਿ ਦਿੱਤਾ, ਕਹਿੰਦੇ ਮੇਰੀ ਤਾਂ ਆਪ ਵਜ਼ੀਰ ਖਾਨ ਦੇ ਅੱਗੇ ਕੁਝ ਨਹੀਂ ਚੱਲਦੀ, ਪੇਚ ਨਹੀਂ ਚੱਲਦੀ। ਉਹਨੇ ਇੱਕ ਵਿਧੀ ਦੱਸੀ, ਕਹਿੰਦੇ ਆਉਂ ਕਰ ਫਿਰ ਇੱਕ ਵੱਡਾ ਲੰਮਾ ਬਾਂਸ ਪ੍ਰਾਪਤ ਕਰ ਲੈ। ਉਹ ਬਾਂਸ ਪ੍ਰਾਪਤ ਕਰਕੇ ਨਾ ਉਹਦੇ ਉੱਤੇ ਇੱਕ ਅੰਮ੍ਰਿਤ ਵੇਲੇ ਬੋਲਣ ਵਾਲਾ ਮੁਰਗਾ, ਕੁੱਕੜ ਉਹਨੂੰ ਬੰਨ ਲੈ ਤੇ ਉਸ ਬਾਂਸ ਨੂੰ ਥੱਲਿਓਂ ਹਿਲਾਵੀਂ। ਜਿਉਂ ਬਾਂਸ ਹਿੱਲੇਗਾ ਉਹ ਕੁੱਕੜ ਬਹੁਤ ਵੱਡੀ ਆਵਾਜ਼ ਦੇ ਵਿੱਚ ਬਾਂਗ ਦੇਵੇਗਾ ਤੇ ਇਹ ਸ਼ਾਹਜਹਾਨ ਤੱਕ ਉਹਦੀ ਬਾਂਗ ਦੀ ਪੁਕਾਰ ਪਹੁੰਚੇਗੀ। ਇਹਦੇ ਮਹਿਲਾਂ ਕੋਲ ਜਾਵੀਂ, ਰਾਵੀ ਦਰਿਆ ਕੋਲ ਇਹਦੇ ਮਹਿਲ ਆ ਸ਼ਾਹਜਹਾਨ ਦੇ। ਤੇ ਜਦੋਂ ਇਦਾਂ ਕਰਕੇ ਪੁਕਾਰ ਕਰੇਗਾ, ਨਾਲ ਆਪ ਦੀ ਵੀ ਪੁਕਾਰ ਕਰੀ ਕਿ ਸਾਡੀ ਮਦਦ ਕਰੋ, ਸਿੱਧਾ ਡਾਇਰੈਕਟ ਲਈ ਤੂੰ ਉਹਨਾਂ ਕੋਲ ਜਾ। ਇਦਾਂ ਬਿਆੰਤ ਦਸੀਏ ਨੇ ਇਸੇ ਤਰ੍ਹਾਂ ਹੀ ਕੀਤਾ। ਪੈਂਦੇ ਖਾਂ ਪਠਾਨ ਨੇ ਇੱਕ ਬਹੁਤ ਵੱਡਾ ਬਾਂਸ ਲੰਮਾ ਪ੍ਰਾਪਤ ਕੀਤਾ, ਉਹਦੇ ਉੱਤੇ ਇੱਕ ਮੁਰਗਾ ਬੰਨ੍ਹ ਦਿੱਤਾ। ਉਸ ਮੁਰਗੇ ਨੂੰ ਬੰਨ੍ਹ ਕੇ ਥੱਲਿਓਂ ਬਾਂਸ ਹਿਲਾਉਂਦੇ ਪੂਰਨ ਤੌਰ ਤੇ ਡਰਦਾ ਮਾਰਾ ਅੱਧੀ ਰਾਤ ਨੂੰ ਵਾਂਗ ਦੇਣ ਲੱਗ ਪਿਆ ਤੇ 500 ਪਠਾਨ ਲੈ ਕੇ ਵੀ ਚਲਾ ਗਿਆ। ਉੱਥੇ ਰਾਵੀ ਦਰਿਆ ਦੇ ਕਿਨਾਰੇ ਸ਼ਾਹਜਹਾਨ ਦਾ ਮਹਿਲ ਆ, ਜਿੱਥੇ ਬੇਗਮ ਨੇ ਦੀ ਨੇ ਪੁਕਾਰ ਸੁਣੀ ਅੱਧੀ ਰਾਤ ਨੂੰ ਤੇ ਇਸ ਸ਼ਾਹਜਹਾਨ ਨੇ ਪੁਕਾਰ ਸੁਣੀ। ਆਪਣੇ ਫੌਜਦਾਰ ਨੂੰ ਭੇਜਿਆ, ਜਾਓ ਜਾ ਕੇ ਪੁੱਛ ਕੇ ਆਓ ਕੌਣ ਹੈ, ਕੌਣ ਪੁਕਾਰ ਕਰਦਾ ਹੈ, ਉਹਦੇ ਮਨ ਦੀ ਕੀ ਵਿਚਾਰ ਹੈ, ਕੀ ਕਹਿਣਾ ਚਾਹੁੰਦਾ। ਤੇ ਜਦੋਂ ਅਹਿਲਕਾਰ ਪਹੁੰਚਿਆ, ਉਹਨੇ ਪੁੱਛਿਆ ਕੌਣ ਹੈ? ਕਹਿੰਦੇ ਜੀ ਪੈਂਦੇ ਖਾਂ ਪਠਾਨ ਹੈ, ਸਤਿਗੁਰ ਦੇ ਖਿਲਾਫ ਪੁਕਾਰ ਲੈ ਕੇ ਆਪਣੀ ਮਦਦ ਕਰਨ ਵਾਸਤੇ। ਉਸ ਵੇਲੇ ਉਸ ਵਜ਼ੀਰ ਖਾਨ ਨੇ ਕਹਿ ਦਿੱਤਾ, ਭਾਈ ਦਿਨ ਵਿਖੇ ਆਵੀਂ, ਸ਼ਾਹਜਹਾਨ ਜੀ ਪੁਕਾਰ ਕਰਨ ਸੁਣਨਗੇ ਤੇਰੀ, ਮਦਦ ਕਰਨਗੇ ਤੇਰੀ, ਆਪਣੀ ਪੁਕਾਰ ਪੇਸ਼ ਕਰੀ। ਇਦਾਂ ਕਰਕੇ ਮੋੜ ਦਿੱਤਾ ਪੈਂਦੇ ਖਾਂ ਪਠਾਨ ਨੂੰ ਇਹ ਵਿਚਾਰ ਕਰਕੇ। ਤੇ ਉਸ ਵੇਲੇ ਪੈਂਦੇ ਖਾਂ ਪਠਾਨ ਬੜਾ ਖੁਸ਼ ਹੋਇਆ ਕਿ ਮੇਰੀ ਪੁਕਾਰ ਡਾਇਰੈਕਟਲੀ ਸ਼ਾਹਜਹਾਨ ਦੇ ਕੋਲ ਪਹੁੰਚ ਗਈ। ਹੁਣ ਮੇਰੀ ਮਦਦ ਕਰਨ ਨੂੰ ਕੋਈ ਰੋਕ ਨਹੀਂ ਸਕਦਾ, ਕੋਈ ਵੀ ਸਤਿਗੁਰੂ ਦੀ ਜਿੱਤ ਪ੍ਰਾਪਤ ਕਰਨ ਵਾਸਤੇ ਮੈਨੂੰ ਰੋਕ ਨਹੀਂ ਸਕਦਾ। ਇਦਾਂ ਦੀ ਵਿਚਾਰ ਕੀਤੀ ਪੈਂਦੇ ਖਾਂ ਪਠਾਨ ਨੇ। ਹਿਰਦੇ ਵਿੱਚ ਬੜਾ ਖੁਸ਼ ਹੈ। ਉਹ 500 ਪਠਾਨ ਲੈ ਕੇ ਵਾਪਸ ਆਇਆ, ਆਪਣੇ ਡੇਰੇ ਵਿੱਚ ਪਹੁੰਚਿਆ, ਬੜਾ ਹਿਰਦੇ ਵਿੱਚ ਖੁਸ਼ੀ ਪ੍ਰਾਪਤ ਕੀਤੀ। ਬਸ ਹੁਣ ਉਹ ਦਿਨ ਦੂਰ ਨਹੀਂ ਜਿਸ ਦਿਨ ਸਤਿਗੁਰ ਤੋਂ ਜਿੱਤ ਪ੍ਰਾਪਤ ਕਰ ਲਵਾਂਗਾ।
ਆਪਣੇ ਬਦਲਾ ਲੈਣ ਦੀ ਭਾਵਨਾ ਨੂੰ ਸੰਪੰਨ ਕਰ ਲਵਾਂਗਾ ਉਹ ਦਿਨ ਦੂਰ ਨਹੀਂ। ਇਦਾਂ ਕਰਕੇ ਵਿਚਾਰ ਕੀਤੀ ਪੈਂਦੇ ਖਾਂ ਪਠਾਨ ਨੇ। ਤਾਂ ਤੇ ਆਓ ਪਿਆਰੀ ਸੰਗਤ ਜੀਓ, ਕਥਾ ਵਿਚਾਰ ਦਾ ਜੋ ਸਮਾਂ ਹੈ ਸਮਾਪਤ ਹੋ ਚੁੱਕਿਆ। ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਪੈਂਦੇ ਖਾਂ ਪਠਾਨ ਕਿਵੇਂ ਸ਼ਾਹਜਹਾਨ ਦੀ ਕਚਹਿਰੀ ਵਿੱਚ ਪੇਸ਼ ਹੁੰਦਾ, ਕਿਵੇਂ ਪੁਕਾਰ ਕਰਦਾ, ਸ਼ਾਹਜਹਾਨ ਦੀ ਪੁਕਾਰ ਕਿਵੇਂ ਸੁਣਦੇ, ਕਿਵੇਂ ਦੀ ਮਦਦ ਕਰਦੇ ਆ, ਮਦਦ ਕਰਦੇ ਆ ਨਹੀਂ ਕਰਦੇ, ਉਹ ਕਿਵੇਂ ਵਿਚਾਰ ਹੁੰਦੀ ਹੈ। ਜਿਵੇਂ ਦੀ ਵਿਚਾਰ ਹੋਵੇਗੀ ਆਪਾਂ ਕੱਲ ਦੀ ਵਿਚਾਰ ਦੇ ਵਿੱਚ ਸਰਵਣ ਕਰਾਂਗੇ। ਪਿਆਰਿਓ ਆਓ ਗੁਰੂ ਚਰਨਾਂ ਦੇ ਵਿੱਚ ਵਿਚਾਰ ਕਰਦਿਆਂ, ਕਥਾ ਕਰਦਿਆਂ ਅਨੇਕ ਪ੍ਰਕਾਰ ਦੀਆਂ तमाम ਗਲਤੀਆਂ, ਅੱਖਰ ਵਾਧਾ ਘਾਟਾ ਸਤਿਗੁਰੂ ਜੀ ਭੁੱਲ ਚੁੱਕ ਮਾਫ ਕਰਨਗੇ, ਦੁਸਮਤ ਬਖਸ਼ਣ। ਬਾਣੀ ਪੜਨ ਦੀ, ਕਥਾ ਵਿਚਾਰ ਕਰਨ ਦੀ ਸਤਿਗੁਰੂ ਜੀ ਬਲ ਬੁੱਧੀ ਸਮਰੱਥਾ ਬਖਸ਼ਣ। ਆਪ ਸੰਗਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣ, ਆਪ ਸੰਗਤ ਨੂੰ ਸਤਿਗੁਰੂ ਜੀ ਦਰ ਕਰ ਦੇ ਨਾਲ ਜੋੜਨ। ਐਸੀ ਬਖਸ਼ਿਸ਼ ਰਹਿਮਤ ਸਤਿਗੁਰੂ ਜੀ ਸਭ ਦੇ ਵਰਤਾ ਦੇਵਨ। ਸਤਿਗੁਰ ਦੀ ਕਿਰਪਾ ਦੇ ਨਾਲ ਰੋਜ਼ਾਨਾ ਜੇ ਇਸ ਦਿਨ ਕਥਾ ਵਿਚਾਰ ਦਾ ਸਮਾਂ ਪ੍ਰਾਪਤ ਹੁੰਦਾ, ਇਹ ਰਿਕਾਰਡਿੰਗ ਕਰਕੇ YouTube ਚੈਨਲ ਦੇ ਉੱਤੇ ਵਾਇਰਲ ਕੀਤੀ ਜਾਂਦੀ ਹੈ। ਕਥਾ ਦੀ ਵਿਚਾਰ ਸਤਿਗੁਰ ਦੀ ਕਿਰਪਾ ਦੇ ਨਾਲ ਬੜੀਆਂ ਸੰਗਤਾਂ ਉਸ YouTube ਚੈਨਲ ਦੇ ਉੱਤੇ ਸਰਵਣ ਕਰਦੀਆਂ, ਰੋਜ਼ਾਨਾ ਘਰ ਬੈਠੀਆਂ ਕਥਾਵਾਂ ਵਿਚਾਰਾਂ। ਸਤਿਗੁਰ ਦੀ ਕਿਰਪਾ ਕਰਨ, ਉਹਨਾਂ ਸੰਗਤਾਂ ਦੀਆਂ ਵੀ ਹਾਜ਼ਰੀਆਂ ਪ੍ਰਵਾਨ ਕਰਨ, ਆਪਣੇ ਦਰ ਕਰ ਵਿਖੇ ਬਖਸ਼ਿਸ਼ਾਂ ਰਹਿਮਤਾਂ ਵਰਤਾਉਣ। ਸਤਿਗੁਰ ਦੀ ਚਰਨਾਂ ਦੇ ਨਾਲ ਉਹਨਾਂ ਸੰਗਤਾਂ ਨੂੰ ਜੋੜਨ, ਚੜ੍ਹਦੀਆਂ ਕਲਾ ਬਖਸ਼ਣ। ਆਓ ਸਤਿਗੁਰ ਦੀ ਕਿਰਪਾ ਦੇ ਨਾਲ ਸਨਮੁਖ ਗੁਰੂ ਸਤਿਗੁਰ ਦੇ ਸਮਾਪਤੀ ਕਰਨ ਦਾ ਯਤਨ ਕਰੀਏ। 6 ਪੌੜੀਆਂ ਸ਼੍ਰੀ ਆਨੰਦ ਸਾਹਿਬ ਦੇ ਜਾਪ ਕਰਦੇ ਹੋ, ਉਪਰੰਤ ਅਰਦਾਸ ਜੁਦੜੀ ਵਿੱਚ ਸ਼ਾਮਲ ਹੋਈਏ। ਸਤਿਗੁਰ ਜੀ ਕਿਰਪਾ ਕਰਦੇ ਨੇ।